ਸਤਿ ਸ਼੍ਰੀ ਅਕਾਲ ਜੀ। ਮੈਂ ਮਨੀਸ਼ ਇੱਕ ਵਾਰ ਫਿਰ ਤੋਂ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਸਿਹਤ ਸੰਬੰਧੀ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਔਰ ਦੋਸਤੋ, ਸਿਹਤ ਬਹੁਤ ਜ਼ਰੂਰੀ ਹੈ ਔਰ ਤੁਹਾਨੂੰ ਸਿਹਤਯਾਬ ਕਰਨ ਲਈ ਅਸੀਂ ਸਮੇਂ-ਸਮੇਂ ਤੇ ਸਿਹਤ ਨੂੰ ਤੰਦਰੁਸਤ ਕਿਵੇਂ ਰੱਖਿਆ ਜਾ ਸਕਦਾ ਹੈ ਉਹਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਮਾਹਰਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾਉਂਦੇ ਹਾਂ। ਅੱਜ ਗੱਲਬਾਤ ਕਰਾਂਗੇ ਡਾਕਟਰ ਬਲਕਾਰ ਸਿੰਘ ਕੁੰਦਨ ਹੋਣਾ ਦੇ ਨਾਲ, ਜੋ ਕਿ ਕੁੰਦਨ ਕਿਡਨੀ ਕੇਅਰ ਚਲਾ ਰਹੇ ਨੇ ਔਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਿਹੜੀ ਕਿਡਨੀਆਂ ਖਰਾਬ ਹੋ ਰਹੀਆਂ ਸੀ ਉਹਨਾਂ ਨੂੰ ਬਚਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਕਿਡਨੀਆਂ ਸਰੀਰ ਦਾ ਬਹੁਤ ਜਿਹੜਾ ਮਹੱਤਵਪੂਰਨ ਅੰਗ। ਅੱਜ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਕਿਵੇਂ ਇਨਸਾਨ ਦੇ ਅੰਦਰ ਜਿਹੜੀ ਕਿਡਨੀਆਂ ਹੈ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਨੂੰ ਰੋਗ ਮੁਕਤ ਕੀਤਾ ਜਾ ਸਕਦਾ ਹੈ, ਕੀ ਪ੍ਰੀਕਾਸ਼ਨਸ ਰੱਖਣੀਆਂ ਹੋਣਗੀਆਂ, ਜੇ ਕਿਡਨੀਆਂ ਖਰਾਬ ਹੋ ਗਈਆਂ ਹੈ ਉਹਨਾਂ ਨੂੰ ਕਿਵੇਂ ਦਰੁਸਤ ਕੀਤਾ ਜਾ ਸਕਦਾ ਹੈ। ਸਵਾਗਤ ਕਰ ਰਹੇ ਨੇ ਸਭ ਤੋਂ ਪਹਿਲਾਂ ਡਾਕਟਰ ਬਲਕਾਰ ਸਿੰਘ ਕੁੰਦਨ ਹੋਣਾ ਦਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਜੀ। ਡਾਕਟਰ ਸਾਹਿਬ, ਕਿਡਨੀਆਂ ਨੂੰ ਬਹੁਤ ਅਹਿਮ ਪਾਰਟ ਮੰਨਿਆ ਜਾਂਦਾ ਸਰੀਰ ਦੇ ਵਿੱਚ। ਬਿਲਕੁਲ। ਕਿਡਨੀਆਂ ਬਹੁਤ ਸਾਰੇ ਲੋਕਾਂ ਦੀ ਖਰਾਬ ਵੀ ਹੋ ਜਾਂਦੀਆਂ, ਕਾਰਨ ਕੁਝ ਵੀ ਹੋ ਸਕਦੇ ਨੇ। ਤੁਸੀਂ ਮਾਹਰ ਹੋ, ਕੁੰਦਨ ਕਿਡਨੀ ਸੈਂਟਰ ਚਲਾ ਰਹੇ ਹੋ ਕਾਫੀ ਸਮੇਂ ਦੇ ਵਿੱਚ, ਕੀ ਮੰਨਦੇ ਹੋ ਕਿਡਨੀਆਂ ਖਰਾਬ ਹੋਣ ਦਾ ਕਾਰਨ ਕੀ ਹੋ ਸਕਦਾ ਹੈ? ਦੇਖੋ, ਇਸ ਤਰ੍ਹਾਂ ਕਿਡਨੀ ਖਰਾਬ ਹੋਣ ਦੇ ਬਹੁਤ ਸਾਰੇ ਕਾਰਨ ਹੁੰਦੇ ਆ, ਪਰ ਅਸੀਂ ਉਹਨਾਂ ਕਾਰਨਾਂ ਦੇ ਉੱਤੇ ਜ਼ਿਆਦਾ ਤਵੱਜੋ ਦੇਵਾਂਗੇ ਜਿਨ੍ਹਾਂ ਕਾਰਨਾਂ ਕਰਕੇ ਅਸੀਂ ਗੁਰਦਿਆਂ ਨੂੰ ਬਚਾ ਸਕਦੇ ਹਾਂ। ਇੱਦਾਂ ਕੁਝ ਕਾਰਨ ਤਾਂ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੈਗਾ, ਮਤਲਬ ਕਿਸੇ ਦਾ ਵੀ ਕੋਈ ਹੱਥ ਨਹੀਂ ਆ। ਉਹ ਬਚਪਨ ਤੋਂ ਹੀ ਗੁਰਦੇ ਖਰਾਬ ਹੁੰਦੇ ਆ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਲੱਗ ਗਈ ਜਿਹਦੇ ਕਰਕੇ ਗੁਰਦੇ ਖਰਾਬ ਹੋ ਗਏ, ਉਹਨਾਂ ਦੇ ਵਿੱਚ ਅਸੀਂ ਕੁਝ ਜ਼ਿਆਦਾ ਨਹੀਂ ਕੀਤਾ ਜਾ ਸਕਦਾ। ਲੇਕਿਨ 60% ਜਿਹੜੇ ਮਰੀਜ਼ ਹੈਗੇ ਗੁਰਦੇ ਖਰਾਬ ਦੇ, 60% ਮਰੀਜ਼ਾਂ ਦੇ ਜਿਹੜੇ ਗੁਰਦੇ ਖਰਾਬ ਹੁੰਦੇ ਆ ਉਹਦਾ ਮੇਨ ਕਾਰਨ ਹਾਈ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਹੁੰਦਾ। ਸ਼ੂਗਰ ਦੇ ਮਰੀਜ਼ ਜਾਂ ਬਲੱਡ ਪ੍ਰੈਸ਼ਰ ਦੇ ਮਰੀਜ਼, ਜੇ ਉਹਨਾਂ ਦਾ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਅਨਕੰਟਰੋਲਡ ਰਵੇ ਤੇ ਉਹ ਅੱਗੇ ਚੱਲ ਕੇ ਗੁਰਦਿਆਂ ਨੂੰ ਖਰਾਬ ਕਰ ਦਿੰਦਾ ਜੀ। ਔਰ ਸਰੀਰ ਵਿਚਲੇ ਜਿਹੜੇ ਗੁਰਦੇ ਨੇ, ਇੱਕ ਇਨਸਾਨ ਨੂੰ ਜਿੰਦਾ ਰਹਿਣ ਲਈ ਹਰ ਚੀਜ਼ ਦੀ ਜ਼ਰੂਰਤ ਆ, ਆਕਸੀਜਨ ਦੀ ਜ਼ਰੂਰਤ ਆ, ਬਲੱਡ ਸਰਕੂਲੇਸ਼ਨ ਦੀ ਜ਼ਰੂਰਤ ਆ। ਕਿਡਨੀ ਕਿੰਨੀ ਸਹਾਇਤਾ ਕਰਦੀ ਜਿੰਦਾ ਰਹਿਣ ਦੇ ਵਿੱਚ? ਦੇਖੋ, ਕਿਡਨੀਆਂ ਦਾ ਬਹੁਤ ਵੱਡਾ ਰੋਲ ਆ। ਜਿੰਨਾ ਵੀ ਬਲੱਡ ਦੀ ਫਿਲਟਰੇਸ਼ਨ ਹੁੰਦੀ ਹੈਗੀ ਆ ਉਹ ਸਾਡੇ ਗੁਰਦਿਆਂ ਦੇ ਥਰੂ ਹੀ ਹੁੰਦੀ ਆ। ਜੇ ਪ੍ਰੋਪਰ ਫਿਲਟਰੇਸ਼ਨ ਨਹੀਂ ਹੋਏਗੀ ਤੇ ਉਹ ਅੱਗੇ ਚੱਲ ਕੇ ਸਾਡੇ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਸਵਸਥ ਨਹੀਂ ਰਹਿਣ ਦੇਊਗੀ ਔਰ ਅੱਗੇ ਚੱਲ ਕੇ ਸਾਡੇ ਜਾਨ ਨੂੰ ਵੀ ਨੁਕਸਾਨ ਹੋ ਸਕਦਾ ਜੀ। ਆਪਾਂ ਨੌਜਵਾਨ ਵੇਖਦੇ ਹਾਂ ਸਿਰਫ ਇੱਕ ਸ਼ੌਂਕ ਲਈ, ਦਿਖਾਵੇ ਲਈ ਸਿਗਰਟ ਪੀਂਦੇ ਨੇ। ਇਹ ਸਿਗਰਟ ਪੀਣਾ, ਸ਼ਰਾਬ ਪੀਣਾ, ਇਹ ਵੀ ਗੁਰਦੇ ਖਰਾਬ ਕਰਦੇ ਨੇ। ਦੇਖੋ, ਸਿਗਰਟ ਔਰ ਸ਼ਰਾਬ ਜਿਹੜਾ ਉਹ ਡਾਇਰੈਕਟਲੀ ਸਾਡੇ ਬਲੱਡ ਪ੍ਰੈਸ਼ਰ ਨੂੰ ਹਾਈ ਕਰਦਾ ਆ। ਜਿਹੜਾ ਬਲੱਡ ਪ੍ਰੈਸ਼ਰ ਹਾਈ ਹੈਗਾ ਆ ਉਹ ਅੱਗੇ ਚੱਲ ਕੇ ਸਾਡੇ ਗੁਰਦਿਆਂ ਨੂੰ ਨੁਕਸਾਨ ਕਰ ਦਿੰਦਾ ਹੈਗਾ ਆ। ਇਹ ਜਿਹੜੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਘੁਮਾ ਕੇ ਸਾਡੇ ਗੁਰਦਿਆਂ ਉੱਤੇ ਅਸਰ ਕਰਦੀਆਂ ਹੈਗੀਆਂ ਜੀ। ਕੀ ਆਪਾਂ ਬਚ ਸਕਦੇ ਇਹਨਾਂ ਚੀਜ਼ਾਂ ਤੋਂ ਕਿ ਗੁਰਦੇ ਸਾਡੇ ਖਰਾਬ ਨਾ ਹੋਣ? ਕਿਵੇਂ ਬਚਿਆ ਜਾਵੇ ਇਸ ਤੋਂ? ਜਿਹੜਾ ਕਿਸੇ ਮਰੀਜ਼ਾਂ ਨੂੰ ਸ਼ੂਗਰ ਦੀ ਸ਼ਿਕਾਇਤ ਹੈਗੀ ਆ ਜਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈਗੀ ਆ, ਜੇ ਉਹ ਆਪਣੀ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਤੇ ਅਸੀਂ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਬਚ ਸਕਦੇ ਹਾਂ। ਪਤਾ ਕਿਵੇਂ ਚੱਲ ਜਾਂਦਾ ਕਿ ਕੋਈ ਇਨਸਾਨ ਜਿਹੜਾ ਹੈ ਉਹਨੂੰ ਕਿਡਨੀਆਂ ਦੀ ਪ੍ਰੋਬਲਮ ਸ਼ੁਰੂ ਹੋ ਗਈ? ਇੱਕ ਆਮ ਚੱਲਦਾ ਫਿਰਦਾ ਇਨਸਾਨ ਆ, ਉਹਨੂੰ ਲੱਗਦਾ ਕਿ ਸ਼ਾਇਦ ਮੈਂ ਬਹੁਤ ਤੰਦਰੁਸਤ ਆ, ਬਟ ਸਰੀਰ ਦੇ ਅੰਦਰ ਕੀ ਹੈ, ਸਰੀਰ ਦੇ ਅੰਦਰ ਕੀ ਪ੍ਰੋਬਲਮ ਚੱਲ ਰਹੀਆਂ ਨੇ, ਸਰੀਰ ਖੋਖਲਾ ਹੋ ਚੁੱਕਾ ਹੈ, ਕਿਡਨੀਆਂ ਖਰਾਬ ਹੋ ਗਈਆਂ, ਕੀ ਸਿੰਪਟਮਸ ਕੀ ਆ, ਪਤਾ ਕਿਵੇਂ ਲੱਗਦਾ ਆਪਾਂ ਨੂੰ? ਬਿਲਕੁਲ। ਦੇਖੋ ਜੀ, ਇਹ ਬਹੁਤ ਵਧੀਆ ਕੁਐਸਚਨ ਹੈਗਾ ਆ। ਦਰਅਸਲ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਵਾਲੇ ਜਿਹੜੇ ਪੇਸ਼ੈਂਟਸ ਹੈਗੇ ਆ ਉਹ ਜੇ ਸਮੇਂ-ਸਮੇਂ ਤੇ ਟੈਸਟ ਕਰਾਉਂਦੇ ਰਹਿਣ ਤਾਂ ਹੀ ਪਤਾ ਚੱਲ ਸਕਦਾ ਆ। ਕਈ ਵਾਰ ਸਾਡੇ ਕੋਲ ਇਦਾਂ ਦੇ ਕੇਸਿਸ ਆਉਂਦੇ ਆ ਜਿਹੜੇ ਸਟੇਜ 5ਵੀਂ ਤੇ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਗੁਰਦੇ ਖਰਾਬ ਹੋ ਗਏ ਆ। ਸਟੇਜ ਪਹਿਲੀ ਦੂਸਰੀ ਦੇ ਤਾਂ ਕੋਈ ਸਿੰਪਟਮਸ ਹੀ ਨਹੀਂ ਨਜ਼ਰ ਆਉਂਦੇ। ਜਿਹਨਾਂ ਮਰੀਜ਼ਾਂ ਨੂੰ ਇਸ ਤਰ੍ਹਾਂ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈਗੀ ਆ ਉਹ ਸਮੇਂ-ਸਮੇਂ ਤੇ ਆਪਣੇ ਟੈਸਟ ਕਰਾਉਣ। ਜਿਸ ਮਰੀਜ਼ ਨੂੰ ਸ਼ੂਗਰ ਹੈਗੀ ਆ ਉਹਦੇ ਵਾਸਤੇ ਸਿੱਧਾ ਇੱਕ ਫਾਰਮੂਲਾ ਆ ਕਿ ਜਿੱਦਾਂ ਸ਼ੂਗਰ ਵਾਲੇ ਮਰੀਜ਼ ਦੀ ਨਜ਼ਰ ਕਮਜ਼ੋਰ ਹੋ ਰਹੀ ਆ ਉਦਾਂ ਉਹਦੇ ਗੁਰਦੇ ਕਮਜ਼ੋਰ ਹੋ ਰਹੇ ਆ ਜੀ। ਡਾਕਟਰ ਸਾਹਿਬ, ਜਦੋਂ ਕਿਸੇ ਮਰੀਜ਼ ਨੂੰ ਪਤਾ ਲੱਗਦਾ ਕਿ ਉਹਦੀ ਕਿਡਨੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ, ਉਹ ਐਲੋਪੈਥਿਕ ਦਵਾਈ ਦਾ ਸੇਵਨ ਕਰਦਾ ਹੈ। ਕੀ ਐਲੋਪੈਥਿਕ ਦਵਾਈ ਦੇ ਨਾਲ ਆਪਾਂ ਆਯੁਰਵੈਦਿਕ ਦਵਾਈ ਖਾ ਸਕਦੇ ਹਾਂ? ਹਾਂ, ਬਿਲਕੁਲ। ਦੇਖੋ, ਇਸ ਤਰ੍ਹਾਂ ਹੈ, ਜਦੋਂ ਗੁਰਦੇ ਖਰਾਬ ਹੁੰਦੇ ਆ ਆਪਾਂ ਨੂੰ ਪਹਿਲਾਂ ਗੁਰਦਿਆਂ ਦੇ ਕੰਮਾਂ ਬਾਰੇ ਪਤਾ ਹੋਣਾ ਚਾਹੀਦਾ ਆ। ਸਾਡੇ ਗੁਰਦਿਆਂ ਦੇ ਮੇਨ 3 ਕੰਮ ਹੁੰਦੇ ਆ। ਪਹਿਲਾ ਗੁਰਦਿਆਂ ਦਾ ਕੰਮ ਇਹ ਹੈ ਕਿ ਉਹ ਸਾਡੀ ਬਾਡੀ ਵਿੱਚ ਹਾਰਮੋਨਸ ਪ੍ਰੋਡਿਊਸ ਕਰਦੇ ਆ। ਜਿਹੜੇ ਹਾਰਮੋਨਸ ਜਦੋਂ ਗੁਰਦੇ ਖਰਾਬ ਹੋ ਜਾਂਦੇ ਆ ਉਹ ਘੱਟ ਬਣਦੇ ਆ, ਲੇਕਿਨ ਐਲੋਪੈਥੀ ਦੇ ਵਿੱਚ ਇਹਨਾਂ ਦਾ ਹੀ ਬਹੁਤ ਤਕੜਾ ਆਲਟਰਨੇਟ ਹੈਗਾ ਆ ਜਿਹੜਾ ਦਾ ਅਸੀਂ ਇਸਤੇਮਾਲ ਕਰਕੇ ਉਹਦਾ ਪਹਿਲਾ ਇਹ ਕੰਮ ਪੂਰਾ ਕੀਤਾ ਜਾ ਸਕਦਾ। ਗੁਰਦਿਆਂ ਦਾ ਜਿਹੜਾ ਦੂਸਰਾ ਕੰਮ ਆ ਉਹ ਆ ਕਿ ਸਾਡੇ ਉਹ ਇਲੈਕਟ੍ਰੋਲਾਈਟਸ ਨੂੰ ਬੈਲੈਂਸ ਕਰਦੇ ਆ। ਲੇਕਿਨ ਜਦੋਂ ਗੁਰਦਿਆਂ ਦੇ ਵਿੱਚ ਦਿੱਕਤ ਆ ਜਾਂਦੀ ਆ ਤੇ ਇਲੈਕਟ੍ਰੋਲਾਈਟਸ ਇੰਬੈਲੈਂਸ ਹੋ ਜਾਂਦੇ, ਜਿੱਦਾਂ ਪੋਟਾਸ਼ੀਅਮ ਵੱਧ ਗਿਆ, ਕੈਲਸ਼ੀਅਮ ਘਟ ਗਿਆ, ਫਾਸਫੋਰਸ ਵੱਧ ਗਈ, ਸੋਡੀਅਮ ਘਟ ਗਿਆ, ਇਹ ਇੰਬੈਲੈਂਸ ਹੋ ਜਾਂਦੇ। ਲੇਕਿਨ ਕੁਝ ਕੁ ਪਰਹੇਜ਼ ਕਰਕੇ ਔਰ ਐਲੋਪੈਥਿਕ ਦੀਆਂ ਦਵਾਈਆਂ ਖਾ ਕੇ ਅਸੀਂ ਇਸ ਦੂਸਰੇ ਕੰਮ ਨੂੰ ਵੀ ਬਿਲਕੁਲ ਠੀਕ ਰੱਖ ਸਕਦੇ ਹਾਂ ਜੀ। ਲੇਕਿਨ ਜਿਹੜਾ ਗੁਰਦਿਆਂ ਦਾ ਤੀਸਰਾ ਕੰਮ ਹੈਗਾ ਉਹ ਹੈਗਾ ਕਿ ਗੁਰਦੇ ਸਾਡੇ ਸਰੀਰ ਚੋਂ ਗੰਦੇ ਮਾਦੇ ਬਾਹਰ ਕੱਢਦੇ ਆ।
लेकिन इस तीसरे काम वास्ते एलोपैथी दे विच कोई गोली, कोई कैप्सूल या कोई इंजैक्शन नहीं हैगा। इस तीसरे काम वास्ते वो डायलिसिस या ट्रांसप्लांट दसदे आ, लेकिन इस तीसरे काम वास्ते कोई ना कोई तुहानूं अल्टरनेटिव मैथड ही अपनाना पैना। वो चाहे कोई होम्योपैथिक हैगा, चाहे कोई आयुर्वेदिक हैगा, चाहे कोई यूनानी हैगा, कोई भी अल्टरनेटिव मैथड दे नाल असीं तीसरी चीज़ का इलाज कर सकते हैं। जी सो डॉक्टर साहब, एलोपैथिक दवाई ਜਿਹੜੀ डॉक्टर ਦਿੰਦੇ ਨੇ ਉਹ ਸਟਰੋਂਗਲੀ ਮਨਾ ਕਰ ਦਿੰਦੇ ਨੇ ਕਿ ਐਲੋਪੈਥਿਕ ਦਵਾਈ ਦੇ ਨਾਲ ਜਿਹੜੀ ਤੁਸੀਂ ਆਯੁਰਵੈਦਿਕ ਦਵਾਈ ਨਹੀਂ ਖਾਣੀ। ਹਾਂ, ਸੋ ਇਹ ਕਿਉਂ ਮਨਾ ਕੀਤਾ ਜਾਂਦਾ ਹੈ? देखो बिल्कुल ये बड़ा सानू बड़ा गुड क्वेश्चन हैगा और काफ़ी हद तक पेशेंट साडे को ये आके पुछदे भी है, सानू दसदे भी है भी इस तरीके नाल मना करदे आ। मैं पहले तुहानूं दसना चाहता कि जिस तरह वो मना करदे जे उन्हां दी कोई बैड इंटेंशन नहीं हैगी जिहदे करके वो मना करदे। वो इस करके मना करदे आ क्योंकि ज़्यादातर जिहड़े किडनी दा ट्रीटमेंट करदे उन्हां नूं बेचारिਆਂ ਨੂੰ किडनी बारे पता ही नहीं आ। ਆਪਾਂ ਨੂੰ ਪਹਿਲਾਂ किडनी बारे थोड़ा जानकारी होनी चाहिए भी क्यों ये मना किया जाता है। एक मेरे को पेशेंट आए थे कोई, वो मैंने दस रहे थे कहते डॉक्टर साहब असी ना एलोपैथी वाले डॉक्टर के कोल किते गए तो उन्होंने सानू मना किया भी तुसीं नहीं कोई खानी दवाई, अल्टरनेटिव नहीं कोई मेडिसिन खानी। कहते असीं 2-3 महीने बाद जो गए उन्होंने साडियां रिपोर्टां देखियां, रिपोर्टां देखदे सारी सानू कहण लग पे भी तुसीं कोई आयुर्वेदिक दवाई या कोई होम्योपैथिक दवाई खाधी होई आ, जिहदे सानू रिपोर्टां तो तुहाडीआं तो पता लग गया। तो ये किस तरह हो जाता है? फिर मैं उन्होंने समझाया, मैं कि भी देखो इस तरह आ कि साडा जिहड़ा क्रेटिनाइन हैगा आ वो जिस तरह जे 5 ਤੋਂ 15 भी हो जाए ना साडी जान नूं खतरा नहीं हैगा। लेकिन जदों साडा पोटाशियम जिहड़ा हैगा वो जे 5 ਤੋਂ 7 भी हुंदा है ना तो साडी जान नूं खतरा आ। सानूं ये समझना जरूरी है कि पोटाशियम वधदा क्यों हैगा, पोटाशियम किहड़ा चीज़ां नाल वधदा है, या जे घटाना होवे तां आपां किद्दां घटाना। असीं जिद्दां कुछ सब्जियां हैगियां आ, कच्चियां चीज़ां, हरे पत्ते हैगे आ, इन्हां च मैक्सिमम पोटाशियम हुंदा आ। ਜਦੋਂ ਅਸੀਂ ਕਿਸੇ ਦਾ ਪੋਟਾਸ਼ੀਅਮ ਵਧਿਆ ਅਸੀਂ ਉਹਨੂੰ ਇਹ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਇਹ ਸਬਜ਼ੀਆਂ ਨੂੰ ਜਾਂ ਪੱਤਿਆਂ ਨੂੰ ਪਾਣੀ ਵਿੱਚ ਡੁਬੋ ਕੇ 20 ਮਿੰਟ ਰੱਖੋ ਔਰ ਪਾਣੀ ਨੂੰ ਸੁੱਟ ਦਿਓ ਤੇ ਫਿਰ ਉਹ ਸਬਜ਼ੀਆਂ ਦਾ ਜਾਂ ਫਰੂਟ ਦਾ ਇਸਤੇਮਾਲ ਕਰੋ ਜਿੰਨਾ ਕਿ ਤੁਹਾਡੇ ਸਰੀਰ 'ਚ ਪੋਟਾਸ਼ੀਅਮ ਘਟ ਜਾਵੇ। ਲੇਕਿਨ ਜ਼ਿਆਦਾਤਰ ਜਿਹੜੇ ਆਮ ਪ੍ਰੈਕਟੀਸ਼ਨਰਸ ਹੈਗੇ ਆ ਕੋਈ ਅਲਟਰਨੇਟਿਵ ਟ੍ਰੀਟਮੈਂਟਸ ਵਾਲੇ ਉਹ ਕੀ ਕਰਦੇ ਆ, ਉਹ ਤੁਹਾਨੂੰ ਕਾੜਾ ਬਣਾਉਣ ਨੂੰ ਕਹਿੰਦੇ ਆ। काढ़े विच की आ कि असीं रॉ चीज़ों का इस्तेमाल किया, रॉ मटीरियल ले लिया, उन्होंने पानी च रखा, मान लो 2 किलो पानी हैगा, उन्होंने काढ़िया, काढ़ के जो पाइया रह गया तो जो रॉ मटीरियल हैगा उन्होंने चक के असीं बाहर सुट दिंदे आ। मतलब कि जो पोटाशियम जो निकल गया उन्होंने चक के बाहर सुटता, जो बचा होया वो सारा पोटाशियम घुल गया, वो असीं प्लांट नूं कह दिंदे आ। सो उहदे नाल पोटाशियम वध रहा है। सो जदों किसी भी असीं मॉडर्न मैडिसिन वाले को जाते हो देखते पोटाशियम वधिया होया है, वो सीधा समझ लेंगे कि हाँ भी इन्होंने कोई ना कोई इस तरह के काढ़े या कोई इदां दी चीज़ों का इस्तेमाल किया जिहदे नाल कि इसका पोटाशियम वधिया। जी मैं हुण पिछे जे की सीगा एक मैसेज चल रहे सीगे WhatsApp के उत्ते बड़े जिहदे विच लिखिया सीगा कि धनीए का पानी उबाल के पीओ तो गुरदे बिल्कुल साफ हो जाते हैं। तो मैं वो सारे डॉक्टर्स के ग्रुप के पाया गया सीगा तो मैं फिर वो डॉक्टर्स नूं मैसेज किया, उस ग्रुप में मैसेज किया, मैं कहा भी ये मैसेज उन्होंने मरीजों वास्ते बहुत वधिया आ जिन्होंने UTI हैगी आ या जिन्होंने गुरदियां 'च पत्थरी हैगी आ। लेकिन जे यह चीज़ कोई गुरदे फेल वाला इस्तेमाल कर लेगा तो वो फेटल हैगी, वो वास्ते जानलेवा हैगी। रीजन की है उन्हें पोटाशियम वधा देना। सो सानू जे इन्हां चीज़ों बारे पता होगा तो असीं प्रॉपरली सही तरीके नाल इलाज कर पावांगे। जिहड़े एलोपैथी वाले डॉक्टर हैगे आ वो इसे करके मना करते हैं कि जिन्हां नूं कोई इन्नी जानकारी हुंदी नहीं है वो ट्रीटमेंट करने वास्ते बैठ जाते हैं और वो अगे चल के मरीज़ का नुकसान करते हैं। जी सो डॉक्टर साहब तुसीं आयुर्वेदिक दवाइयां दे नाल किडनी दा इलाज करते हो कि आयुर्वेदिक दवाइयां नाल 100% इलाज ठीक हो जाता है? देखो जे असी परसेंटेज च जाइए तो मेरे नहीं ख्याल दे विच कोई भी चाहे कोई मकैनिक हैगा चाहे कोई तुहाडी कोई लिविंग बॉडी है चाहे नॉन लिविंग बॉडी आ उन्होंने रिपेयर करने वास्ते कोई 100% कह सकता है। सो हाँ ये है कि साडे ट्रीटमेंट दे नाल बहुत अच्छे रिजल्ट्स मिलते हैं। मोर दैन 70% केसेस जिहड़े आ साडे रिजल्ट्स जिहड़े हैगे बहुत वधिया उन्हां दी ट्रीटमेंट टू करके उन्होंने अच्छे रिजल्ट्स मिले हैगे। और इसदा कोई साइड इफेक्ट तो नहीं जिहड़ी दवाई तुसीं दिंदे हो? हाँ बिल्कुल, इट्स अ वेरी गुड क्वेश्चन। देखो इस तरह है कि जिहड़े आयुर्वेद विच भी 2 तरह दी मेडिसिन आंदियां हैं, एक नूं असीं कहंदे आ कास्ट औषधियां, एक हुंदियां रस औषधियां। कास्ट औषधियां किहड़ियां हुंदियां जिन्हां प्लांट्स तो जिन्हां तो तैयार कीतियां जांदियां आ, पौधों तो असीं जिहड़े दवाइयां तैयार किया जाता वो कास्ट औषधियां की कैटेगरी च आंदियां। जिहड़ियां रस औषधियां हैगियां उन्हां विच मैटल्स हुंदे आ। साडी किसी भी दवाई दे विच असीं मैटल्स का इस्तेमाल नहीं करते। जे असीं बाहरली कंट्री च देखिए उत्थे अज दी डेट च मैटल्स कंटेंट्स वाली मेडिसिन बैन हो चुके हैं।
ਲੇਕਿਨ ਜਿਹੜੇ ਉਹ ਪਲਾਂਟਸ ਬੇਸਡ ਮੈਡੀਸਿਨਸ ਨੂੰ ਇਨਕਰੇਜ ਕਰਦੇ ਆ, ਉਹਨਾਂ ਨੂੰ ਬੜਾਵਾ ਦਿੰਦੇ ਆ। ਸੋ ਇਸ ਕਰਕੇ ਅਸੀਂ ਤਾਂ ਖੈਰ ਬਹੁਤ ਕਈ ਸਾਲਾਂ ਤੋਂ ਪਲਾਂਟ ਬੇਸਡ ਮੈਡੀਸਿਨਸ ਦਾ ਹੀ ਇਸਤੇਮਾਲ ਕਰਦੇ ਆ ਰਹੇ ਹਾਂ ਜੀ। ਔਰ ਡਾਕਟਰ ਸਾਹਿਬ ਇਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਧਾਰਨਾ ਹੈ ਕਿ ਜਿਹੜੀ ਆਯੁਰਵੈਦਿਕ ਦਵਾਈ ਉਹ ਬਹੁਤ ਲੰਮਾ ਸਮਾਂ ਖਾਣੀ ਪੈਂਦੀ ਹੈ। ਸੋ ਕੋਰਸ ਕਿੰਨੇ ਚਿਰ ਦਾ ਹੁੰਦਾ ਜਿਹੜਾ ਕਿਡਨੀ ਦਾ ਇਲਾਜ ਕਰਨ ਕੋਈ ਆਉਂਦਾ ਤੁਹਾਡੇ ਕੋਲ? ਹਾਂ ਬਿਲਕੁਲ ਇਸ ਤਰ੍ਹਾਂ ਨਹੀਂ ਆ ਕਿ ਕਾਫੀ ਲੰਬਾ ਸਮਾਂ ਖਾਣੀ ਪੈਂਦੀ ਹੈ। ਇਹ ਆਲ ਡਿਪੈਂਡ ਕਰਦਾ ਕਿ ਪੇਸ਼ੈਂਟ ਨੂੰ ਕੀ ਤਕਲੀਫ ਹੈਗੀ ਔਰ ਕਿੰਨੀ ਕੁ ਪੁਰਾਣੀ ਉਹਦੀ ਬਿਮਾਰੀ ਹੈਗੀ ਆ। ਸੋ ਇਹਦੇ ਕੁਇਕਲੀ ਰਿਜ਼ਲਟਸ ਵੀ ਮਿਲਦੇ ਆ। ਸਾਡੇ ਕੋਲ ਇਦਾਂ ਦੇ ਕੇਸਿਸ ਵੀ ਹੈਗੇ ਆ ਜਿਨ੍ਹਾਂ ਦਾ ਕਾਫੀ ਵੱਡੇ ਲੈਵਲ ਤੇ ਰਿਪੋਰਟਸ ਜ਼ਿਆਦਾ ਵਧੀਆ ਹੋਈਆਂ ਸੀਗੀਆਂ, ਵਿਦਿਨ 2 ਵੀਕਸ ਜਾਂ ਵਿਦਿਨ 4 ਵੀਕਸ ਦੇ ਵਿੱਚ ਹੀ ਉਹਨੂੰ ਬਹੁਤ ਅੱਛੇ ਰਿਜ਼ਲਟਸ ਮਿਲੇ। ਲੇਕਿਨ ਅਸੀਂ ਤਾਂ ਇਹ ਮੰਨ ਕੇ ਚੱਲਦੇ ਹਾਂ ਕਿ ਵਿਦਿਨ 2 ਮੰਥਸ ਪੇਸ਼ੈਂਟਸ ਦੀਆਂ ਰਿਪੋਰਟਸ ਵਿੱਚ ਚੇਂਜਸ ਆਉਣੀਆਂ ਜ਼ਰੂਰੀ ਹੈਗੀਆਂ ਆ। ਸੋ ਡਾਕਟਰ ਸਾਹਿਬ ਜਿਹੜੇ ਕਿਡਨੀ ਦੇ ਵਿੱਚ ਅਕਸਰ ਸੁਣਦੇ ਕਿ ਸਟੋਨ ਹੈ ਹੋਇਆ, ਹਾਂਜੀ 4 mm ਦਾ, 3 mm ਦਾ ਜਾਂ 5 mm ਦਾ, ਜਾਂ ਕਈਆਂ ਦਾ ਇਸ ਤੋਂ ਵੱਡਾ ਹੁੰਦਾ ਹੈ। ਬਿਲਕੁਲ। ਸੋ ਕੀ ਇਹ ਸਟੋਨ ਨਿਕਲ ਸਕਦਾ ਕਿਡਨੀ ਚੋਂ? ਹਾਂ ਬਿਲਕੁਲ। ਦੇਖੋ ਇਸ ਤਰ੍ਹਾਂ ਆ, ਸਟੋਨ ਵਾਸਤੇ ਬੜੀ ਹੀ ਇੰਪੋਰਟੈਂਟ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਲੱਗਾ ਆ। ਦਰਅਸਲ ਕੀ ਹੁੰਦਾ ਕਿ ਜਿਸ ਬੰਦੇ ਦੇ ਇੱਕ ਵਾਰ ਸਟੋਨ ਬਣਨਾ ਸ਼ੁਰੂ ਹੋ ਜਾਂਦਾ ਆ, ਉਹ ਬਾਰ-ਬਾਰ ਬਣਦਾ, ਰੀਕਰੈਂਟ ਹੁੰਦਾ ਆ। ਉਹ ਨੋ ਡਾਊਟ ਕਿਤੇ ਨਾ ਕਿਤੇ ਦਵਾਈ ਲੈ ਲੈਂਦਾ, ਕੋਈ ਪੂੜੀ ਖਾ ਲੈਂਦਾ ਜਾਂ ਕੋਈ ਕੈਪਸੂਲਸ ਲੈ ਲੈਂਦਾ ਆ, ਜਿਹਨਾਂ ਸਟੋਨ ਨਿਕਲ ਜਾਂਦਾ ਆ, ਲੇਕਿਨ ਉਹ ਦੁਬਾਰਾ ਫੇਰ ਬਣ ਜਾਂਦਾ ਆ। ਮੈਂ ਤੁਹਾਨੂੰ ਉਹ ਵਾਲੀ ਚੀਜ਼ ਦੱਸਣ ਲੱਗਾ ਆ ਜਿਹਦੇ ਨਾਲ ਸਟੋਨ ਸਾਰੀ ਉਮਰ ਨਹੀਂ ਬਣੇਗਾ। ਸਿੰਪਲ ਚੀਜ਼ ਕਰਨੀ ਆ ਕਿ ਜਿਸ ਵੀ ਬੰਦੇ ਦੇ ਸਟੋਨ, ਕਿਡਨੀ ਸਟੋਨ ਪਾਰਟਿਕੂਲਰਲੀ ਬਣ ਰਿਹਾ ਆ, ਉਹਨੂੰ ਇਹ ਐਡਵਾਈਸ ਕੀਤਾ ਜਾਵੇ ਕਿ ਉਹ ਆਪਣਾ ਪਿਸ਼ਾਬ ਨਾਪੇ। ਉਸਦਾ 24 ਘੰਟੇ ਦੇ ਵਿੱਚ ਜਿਹੜਾ ਪਿਸ਼ਾਬ ਹੈਗਾ ਉਹ 2.5 ਲੀਟਰ ਤੋਂ ਜ਼ਿਆਦਾ ਹੋਣਾ ਚਾਹੀਦਾ ਆ। ਜੇ 2.5 ਲੀਟਰ ਤੋਂ ਘੱਟ ਉਹਦਾ ਪਿਸ਼ਾਬ ਆ ਰਿਹਾ, ਦੈਟ ਮੀਨਸ ਕਿ ਉਹਨੂੰ ਸਾਲ 2 ਸਾਲ ਬਾਅਦ ਦੁਬਾਰਾ ਸਟੋਨ ਬਣਨਾ ਹੀ ਬਣਨਾ ਆ। ਸੋ ਇੱਕ ਤਰ੍ਹਾਂ ਉਹ ਆਪਣੀ ਜੇ ਹੈਬਿਟ ਬਣਾ ਲੇਗਾ ਕਿ ਜੇ ਪਿਸ਼ਾਬ ਜਿਹੜਾ 24 ਘੰਟਿਆਂ ਦੇ ਵਿੱਚ 2.5 ਲੀਟਰ ਉਹ ਕਰ ਰਿਹਾ ਹੈਗਾ ਆ, ਤੇ ਸਟੋਨ ਕੋਈ ਦੁਬਾਰਾ ਬਣ ਹੀ ਨਹੀਂ ਸਕਦਾ। ਸੋ ਕਿਵੇਂ ਫਿਰ 2.5 ਲੀਟਰ ਕਰੇ ਕਿਵੇਂ? ਪਾਣੀ ਵੱਧ ਪੀਵੇ? ਨੈਚੁਰਲੀ ਗੱਲ ਆ। ਮੈਂ ਤੁਹਾਨੂੰ ਪਾਣੀ ਵੱਧ ਪੀਣ ਵਾਸਤੇ ਇਸ ਕਰਕੇ ਨਹੀਂ ਕਿਹਾ ਕਿਉਂਕਿ ਹਰ ਇੱਕ ਬੰਦੇ ਦੀ ਬੋਡੀ ਦਾ, ਹਰ ਇੱਕ ਬੰਦੇ ਦਾ ਡੇ ਰੂਟੀਨ ਅਲੱਗ-ਅਲੱਗ ਹੁੰਦਾ। ਕਈਆਂ ਨੂੰ ਪਸੀਨੇ ਜ਼ਿਆਦਾ ਆਉਂਦਾ ਆ, ਕਈਆਂ ਨੂੰ ਬਾਹਰ ਦਾ ਕੰਮ ਹੁੰਦਾ ਆ, ਕਈਆਂ ਦਾ ਏਸੀ ਦੇ ਵਿੱਚ ਬੈਠ ਕੇ ਕੰਮ ਹੁੰਦਾ ਆ। ਸੋ ਜੇ ਮੈਂ ਰਿਕਮੈਂਡ ਕਰਾਂ 3 ਲੀਟਰ ਪਾਣੀ ਪੀਓ ਜਾਂ 4 ਲੀਟਰ ਪੀਓ, ਉਹ ਹਰ ਇੱਕ ਵਾਸਤੇ ਇੱਕ ਸੂਟੇਬਲ ਗੱਲ ਨਹੀਂ ਹੋਊਗੀ। ਬੈਟਰ ਇਹ ਹੈ ਕਿ ਆਪਾਂ ਆਪਣਾ ਯੂਰਿਨ ਆਊਟਪੁੱਟ ਨਾਪੀਏ, ਉਹਨਾਂ ਸਾਨੂੰ ਐਗਜ਼ੈਕਟਲੀ ਪਤਾ ਲੱਗੇਗਾ ਕਿ ਪਾਣੀ ਕਿੰਨਾ ਪੀਣਾ ਚਾਹੀਦਾ। ਕਈ ਵਾਰ ਹਾਲਾਤ ਇਹੋ ਜਿਹੇ ਹੋ ਜਾਂਦੇ ਕਿ ਇਨਸਾਨ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦਾ, ਜਿਵੇਂ ਕਿ ਕਿਡਨੀ ਜਿਹੜੀ ਹੈ ਉਹ ਕਈ ਵਾਰ ਫੇਲ ਵੀ ਹੋ ਜਾਂਦੀ ਹੈ। ਬਿਲਕੁਲ। ਸੋ ਜਿਹੜੇ ਲੋਕ ਸਾਨੂੰ ਦੇਖ ਰਹੇ ਨੇ, ਖੁਦਾ ਨਾ ਖਾਸਤਾ ਜੇਕਰ ਕਿਡਨੀ ਫੇਲ ਹੋ ਜਾਂਦੀ ਹੈ, ਕੀ ਪ੍ਰੀਕਾਸ਼ਨਸ ਰੱਖ ਸਕਦਾ ਉਹ? ਦੇਖੋ ਜਦੋਂ ਤਾਂ ਕਿਡਨੀ ਫੇਲ ਹੋ ਜਾਂਦੀ ਆ, ਉਸ ਵੇਲੇ ਤਾਂ ਸਾਨੂੰ ਕਿਸੇ ਨਾ ਕਿਸੇ ਗੁਰਦਿਆਂ ਦੇ ਮਾਹਰ ਡਾਕਟਰ ਨੂੰ ਹੀ ਮਿਲਣ ਦੀ ਲੋੜ ਹੈਗੀ ਆ। ਹਾਂ ਇਹ ਹੈਗਾ ਕਿ ਫੇਲ ਨਾ ਹੋਵੇ, ਉਹਦੇ ਵਾਸਤੇ ਕਈ ਸਾਰੇ ਅਸੀਂ ਪ੍ਰੀਕਾਸ਼ਨਸ ਰੱਖ ਸਕਦੇ ਹਾਂ। ਉਹ ਕੀ ਕੀਤਾ ਜਾ ਸਕਦਾ ਕਿ ਆਪਾਂ ਬਲੱਡ ਪ੍ਰੈਸ਼ਰ ਔਰ ਸ਼ੂਗਰ ਦਾ ਧਿਆਨ ਰੱਖੀਏ, ਆਪਾਂ ਰੂਟੀਨ ਵਾਈਜ਼ ਆਪਣੇ ਐਕਸਰਸਾਈਜ਼ ਕਰੀਏ, ਡਾਈਟ ਜਿਹੜੀ ਆਪਣੀ ਹੈਗੀ ਆ, ਖੁਰਾਕ ਨਿਊਟ੍ਰੀਸ਼ੀਅਸ ਡਾਈਟ ਖਾਧੀ ਜਾਵੇ, ਕੋਈ ਬਹੁਤ ਜ਼ਿਆਦਾ ਤਲੀਆਂ ਚੀਜ਼ਾਂ ਦਾ ਇਸਤੇਮਾਲ ਨਾ ਕੀਤਾ ਜਾਵੇ, ਐਕਸਰਸਾਈਜ਼, ਸੈਰ ਵਗੈਰਾ ਡੇਲੀ ਕੀਤੀ ਜਾਵੇ। ਸੋ ਇਹਦੇ ਨਾਲ ਅਸੀਂ ਆਪਣੇ ਗੁਰਦਿਆਂ ਦੀ ਹਾਲਤ ਨੂੰ ਬਚਾ ਸਕਦੇ ਹਾਂ। ਜੀ। ਸੋ ਡਾਕਟਰ ਸਾਹਿਬ ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗੇ, ਜੇਕਰ ਕਿਡਨੀ ਖਰਾਬ ਹੋ ਗਈ, ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਕੀ ਕਿਸੇ ਹਾਲਾਤਾਂ ਦੇ ਵਿੱਚ ਕਿਡਨੀ ਦਾ ਟ੍ਰਾਂਸਪਲਾਂਟ ਕੀਤਾ ਜਾ ਸਕਦਾ, ਕਿਡਨੀ ਚੇਂਜ ਕੀਤੀ ਜਾ ਸਕਦੀ ਹੈ? ਹਾਂ ਬਿਲਕੁਲ। ਐਲੋਪੈਥੀ ਦੇ ਵਿੱਚ ਜਦੋਂ ਕਈ ਜਿਹੜੇ ਡਾਇਲਿਸਿਸ ਕਰਵਾਉਂਦੇ ਹੈਗੇ, ਕਈਆਂ ਨੂੰ ਤਾਂ ਸਾਰੀ ਉਮਰ ਫਿਰ ਡਾਇਲਿਸਿਸ ਕਰਾਉਣਾ ਪੈਂਦਾ। ਜਿਹੜੇ ਚਾਹੁੰਦੇ ਕਿ ਅਸੀਂ ਸਾਰੀ ਉਮਰ ਡਾਇਲਿਸਿਸ ਨਾ ਕਰਾਈਏ, ਉਹ ਫਿਰ ਐਲੋਪੈਥੀ ਦੇ ਵਿੱਚ ਟ੍ਰਾਂਸਪਲਾਂਟ ਦੀ ਆਪਸ਼ਨ ਵੀ ਅਪਣਾਉਂਦੇ ਹੈਗੇ ਆ। ਟ੍ਰਾਂਸਪਲਾਂਟ ਤੋਂ ਬਾਅਦ ਦੂਸਰੇ ਦੀ ਕਿਡਨੀ ਜਿਹੜੀ ਆ ਉਹ ਬਾਡੀ ਦੇ ਸਰੀਰ ਵਿੱਚ ਰੈਸਪੀਰੈਂਟ ਦੇ ਵਿੱਚ ਪਾ ਦਿੱਤੀ ਜਾਂਦੀ ਆ, ਤੇ ਜਿਹਦੇ ਨਾਲ ਉਸ ਤੋਂ ਬਾਅਦ ਫਿਰ ਉਸ ਨੂੰ ਕੁਝ ਮੈਡੀਸਿਨਸ ਲਗਾਤਾਰ ਖਾਣੀਆਂ ਪੈਂਦੀਆਂ ਹੈਗੀਆਂ। ਲੇਕਿਨ ਇਹ ਹੈ ਕਿ ਫਿਰ ਡਾਇਲਿਸਿਸ ਤੋਂ ਬਚ ਜਾਂਦਾ ਆ ਟ੍ਰਾਂਸਪਲਾਂਟ ਤੋਂ ਬਾਅਦ। ਜੇਕਰ ਕਿਡਨੀਆਂ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਕੋਈ ਸਟੋਨ ਆ ਗਿਆ ਜਾਂ ਕੋਈ ਹੋਰ ਪ੍ਰੋਬਲਮ ਆ ਗਈ, ਉਹਨੂੰ ਦੂਰ ਕੀਤਾ ਜਾਵੇ, ਕਿਵੇਂ ਕਰ ਸਕਦੇ ਹੋ? ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਲੰਧਰ ਦੇ ਵਿੱਚ ਜਾਂ ਫਿਰ ਚੰਡੀਗੜ੍ਹ ਦੇ ਵਿੱਚ ਤੁਸੀਂ ਮਿਲ ਸਕਦੇ ਹੋ ਇਹਨਾਂ ਨੂੰ। ਇਹਨਾਂ ਦੀ ਐਕਸਪਰਟ ਟੀਮ ਹੈ, ਡਾਕਟਰਸ ਦੀ ਇੱਕ ਪੂਰਾ ਪੈਨਲ ਆ। ਜਲੰਧਰ ਤੇ ਚੰਡੀਗੜ੍ਹ 2 ਥਾਵਾਂ ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ। ਨੰਬਰ ਤੁਹਾਨੂੰ ਬਾਰ-ਬਾਰ ਅਸੀਂ ਦੱਸ ਰਹੇ ਹਾਂ, 9653537575। ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਫਿਰ ਸਭ ਇੱਕ ਛੋਟਾ ਸਵਾਲ ਪੁੱਛਣਾ ਚਾਹਾਂਗੇ, ਗੁਰਦਿਆਂ ਦੀ ਬਿਮਾਰੀ ਦਾ ਪਤਾ ਕਰਨ ਲਈ ਕਿਹੜੇ-ਕਿਹੜੇ ਟੈਸਟ ਜਿਹੜੇ ਨੇ ਉਹ ਕਰਵਾ ਸਕਦਾ ਕੋਈ ਪੇਸ਼ੈਂਟ? ਹਾਂ ਬਿਲਕੁਲ। ਜਿੱਦਾਂ ਗੁਰਦਿਆਂ ਦੀਆਂ ਕਈ ਸਟੇजेस ਹਨ ਨਾ, ਪਹਿਲੀ ਦੂਜੀ ਸਟੇਜ ਦਾ ਜਿਹੜਾ ਪਤਾ ਕਰਨਾ ਹੋਵੇ ਤੇ ਸਾਨੂੰ ਪਿਸ਼ਾਬ ਟੈਸਟ ਕਰਵਾਉਣਾ ਚਾਹੀਦਾ ਆ। ਸਿੰਪਲ ਆਪਾਂ ਜੇ ਪਿਸ਼ਾਬ ਟੈਸਟ ਕਰਵਾ ਲਈਏ ਤੇ ਉਹਦੇ ਵਿੱਚ ਐਲਬੂਮਿਨ ਆ ਰਹੀ ਹੋਵੇ ਤੇ ਉਹ ਇੱਕ ਇੰਡੀਕੇਟ ਕਰਦੀ ਹੈ ਕਿ ਸਾਨੂੰ ਗੁਰਦਿਆਂ ਦੀ ਕੋਈ ਤਕਲੀਫ ਹੋ ਸਕਦੀ ਆ। ਜੇ ਉਹਦਾ ਐਗਜ਼ੈਕਟ ਅਸੀਂ ਪਤਾ ਕਰਨਾ, ਫਿਰ 24 ਘੰਟੇ ਇਕੱਠਾ ਪਿਸ਼ਾਬ ਕਰਕੇ ਪ੍ਰੋਟੀਨ ਟੈਸਟ ਕਰਵਾਈਦਾ ਹੁੰਦਾ ਆ। ਬਟ ਸਿੰਪਲ ਆਪਾਂ ਇਹ ਯੂਰਿਨ ਟੈਸਟ ਕਰਵਾ ਲਈਏ, ਉਹ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਕੋਈ ਗੁਰਦਿਆਂ ਦੀ ਤਕਲੀਫ ਤਾਂ ਨਹੀਂ ਹੈਗੀ। ਜੇ ਥੋੜਾ ਅੱਗੇ ਵੱਧ ਗਈ ਤਕਲੀਫ, ਫਿਰ ਸਾਨੂੰ ਯੂਰੀਆ, ਕ੍ਰੈਟੀਨਾਈਨ ਵਗੈਰਾ ਇਹ ਟੈਸਟਾਂ ਤੋਂ ਸਾਨੂੰ ਪਤਾ ਲੱਗਦਾ ਕਿ ਉਹ ਕਿਹੜੀ ਸਟੇਜ ਅੱਗੇ ਤੱਕ ਪਹੁੰਚ ਚੁੱਕੀ ਹੈਗੀ ਆ। ਜੀ। ਸੋ ਨੀਮ ਹਕੀਮ ਡਾਕਟਰਾਂ ਕੋਲ ਨਾ ਜਾਓ, ਇੱਕ ਐਕਸਪਰਟ ਕੋਲ ਜਾਓ ਜਿਹੜੇ ਤੁਹਾਡੀ ਗੁਰਦਿਆਂ ਦੀ ਬਿਮਾਰੀ ਦਾ ਇਲਾਜ ਕਰ ਸਕੇ, ਤੁਹਾਨੂੰ ਉਹਦੀ ਪ੍ਰੋਬਲਮ ਦਾ ਹੱਲ ਕਰ ਸਕੇ। ਟੈਸਟ ਕਿਹੜੇ-ਕਿਹੜੇ ਕਰਵਾਉਣੇ, ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਕੋਈ ਵੀ ਹੋਰ ਜਾਣਕਾਰੀ ਜਿਹੜੀ ਤੁਹਾਨੂੰ ਲੱਗਦਾ ਕਿ ਇਸ ਮੰਚ ਤੇ ਅਸੀਂ ਨਹੀਂ ਦੇ ਪਾਏ, ਹੋਰ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਤੇ ਕਾਲ ਕਰ ਸਕਦੇ ਹੋ 96 53 53 75 75। ਫਿਲਹਾਲ ਇਜਾਜ਼ਤ ਚਾਹੁੰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ।